बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। उम्मीद करना सब ठीक ठाक होवोगे। बरसात का मौसम है तो बरसात के मौसम के असी बाहर निकलिया मैं तो एक सन्यासी साहब साढ़े जेडे ना इस इलाके के बाबा जी वो अक्सर जंगल च फिरते रहते हैं। मैं जफरवाल जा रहा था तो मैं वेख्या बाबा जी अज फिर छोटा लैके कुछ चीज़ लभदे ने पे तो मैं पूछना उन्होंने कि जनाब की तलाश करते पे हो, कल भी तुहानू वेख्या वे तो किहड़ी चीज़ ऐसी जी गुआच गई छोटा लैके तो हर जगह फोलते ने पे। हाँ बाबा जी की करते पे हो नेड़े आओ जरा डांग का वास्ते फड़ी दी जी। जी अस्सलाम वालेकुम। वालेकुम सलाम। डांग का वास्ते फड़ी जी? ਇਹ ਮਰੀਜ਼ ਅਸੀਂ ਦੇਖ ਕੇ ਨਾ ਕੱਲ ਅਸੀਂ ਆ ਰਹੇ ਹਾਂ ਤੇ ਸੰਗ ਚੂਰ ਸੱਪ ਤੇ ਸਪਣੀ ਅਸੀਂ ਦੇਖੇ। अच्छा ਉਹਦੀ ਜ਼ਰੂਰਤ ਹੈ ਸਾਨੂੰ ਅੱਜ ਸੱਪ ਦੀ। अच्छा ਉਹ ਕਾਫੀ ਦੇਰ ਦੇ ਅਸੀਂ 3-4 ਬੰਦੇ ਹੋਰ ਵੀ ਢੂੰਡ ਰਹੇ ਨੇ ਲੇਕਿਨ ਨਹੀਂ ਮਿਲ ਰਿਹਾ ਹਾਲੇ। अच्छा ਤੇ ਉਹਦੀ ਹੀ ਤਲਾਸ਼ ਸੀ। ਜੀ ਫਰਮਾਓ ਮਾਲਕ ਰਹਿਮਤ ਕਰੇ। अच्छा मैंने दसो कि संग चूड़ सप ਜੀ ਜੀ नैट उत्ते वहां दे जो बंदा लड़िया तो बंदा मर गया ਜੀ ਜੀ ਤੇ ਬਾਬਾ ਜੀ ਗੱਲ ਹੈ ਵੇ ਕਿ ਅਕਸਰ ਲੋਕ ਕਹਿੰਦੇ ਨੇ ਜੋ ਉਹਨੂੰ ਤੁਸੀਂ ਉਹ ਅੱਕ ਦੇ ਪੱਤੇ ਖਵਾਓ ਜੀ, ਇਹਨੂੰ ਫਲਾਣੀ ਚੀਜ਼ ਖਵਾਓ ਜੀ, ਇਹਨੂੰ ਫਲਾਣੀ ਚੀਜ਼ ਖਵਾਓ ਤੇ ਉਹ ਖਵਾਉਣ ਨਾਲ ਬੰਦਾ ਹੋਰ ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ। ਵਜ੍ਹਾ ਕੀ ਹੈ? ਅੱਲਾਹ ਪਾਕ ਰਹਿਮਤ ਆ ਫਰਮਾਏ। ਅਸੀਂ ਇੱਕ ਦਿਨ ਖੁਦ ਇੱਕ ਬੰਦੇ ਦਾ ਇੰਟਰਵਿਊ ਦੇਖ ਰਹੇ ਹਾਂ। ਉਹ ਕਹਿੰਦੇ ਨੇ ਨੀਮ ਹਕੀਮ ਤੇ ਖਤਰਾ ਜਾਨ। ਠੀਕ ਹੋ ਗਿਆ। ਉਹਨੇ ਅੱਗੇ ਰੇਠੇ ਦੇ ਨਾ ਛਿਲਕੇ ਰੱਖੇ ਹੋਣ ਜੀ, ਸੱਪ ਲੜੇ ਦਾ ਰੇਠਾ ਖਾ ਲਵੋ ਬੰਦਾ ਬਚ ਜਾਂਦਾ। ਫਿਰ ਉਹਨੇ ਆਖਿਆ ਜੀ ਅੱਕ ਦੇ ਪੱਤੇ ਖਾਓ, ਫਿਰ ਨਿੰਮ ਦੇ ਪੱਤੇ ਖਾਓ। ਨੀਮ ਹਕੀਮ ਖਤਰਾ ਜਾਣ ਤੇ ਕੋਸ਼ਿਸ਼ ਕਰੋ। ਮਾਲਕ ਰਹਿਮਤ ਆ ਫਰਮਾਏ। ਅੱਜ ਤੁਹਾਨੂੰ WhatsApp ਦੀ ਨਜ਼ਰ ਤੇ ਤੁਹਾਡੀ ਨਜ਼ਰ ਇੱਕ ਮਾਲੂਮਾਤ ਕਰਨ ਲੱਗੇ ਆ ਜਿਹੜੇ ਇੰਟਰਨੈਟ ਤੇ ਪਹਿਲਾਂ ਤੁਸੀਂ ਨਾ ਵੇਖੀ ਹੋਏਗੀ ਨਾ ਸੁਣੀ ਹੋਏਗੀ। ਸਭ ਤੋਂ ਪਹਿਲਾਂ ਜਾਣਦੇ ਆ ਕਿ ਪਾਕਿਸਤਾਨ ਦੇ ਵਿੱਚ ਸੱਪ 3 ਕਿਸਮ ਦੇ ਹੁੰਦੇ ਨੇ। 100% ਸੱਪਾਂ ਦੇ ਵਿੱਚੋਂ 80% 75% ਸੱਪ ਜ਼ਹਿਰੀਲੇ ਨਹੀਂ ਹੁੰਦੇ। 25 ਜਾਂ 20% ਸੱਪ ਜ਼ਹਿਰੀਲੇ ਨੇ। ਤੇ ਪਾਕਿਸਤਾਨ ਦੇ ਵਿੱਚ ਸਾਡਾ ਜਿਹੜਾ ਇਲਾਕਾ ਹੈ ਵੇ ਜੰਗਲੀ ਇਲਾਕਾ ਹੈ ਤੇ ਸੰਗਚੂਰ ਸੱਪ ਆਮ ਮਿਲਦਾ। ਕਲਰੀ ਸੱਪ ਵੀ ਇਹਨੂੰ ਕਿਹਾ ਜਾਂਦਾ, ਧਾਰੀ ਵਾਲਾ ਸੱਪ ਵੀ ਇਹਨੂੰ ਕਹਿੰਦੇ ਨੇ। ਕਾਮਨ ਗ੍ਰੇਟ ਇੱਕ ਸੱਪ ਮਿਲਦਾ ਹੈ। ਠੀਕ ਹੈ। ਹੁਣ ਦਮੂਈ ਬੰਦਾ ਆਖੇ ਦੂਰ ਚ ਜ਼ਹਿਰ ਤਾਂ ਨਹੀਂ ਹੁੰਦਾ। ਠੀਕ ਹੈ। ਤੇ ਬੰਦਾ ਡਰ ਕੇ ਦੱਸ ਜਾਂਦਾ। ਸਾਰੀ ਗੱਲ ਚੋਰ ਦੀ ਔਰ ਸੱਪ ਦੀ ਬੜੀ ਦਹਿਸ਼ਤ ਹੁੰਦੀ ਹੈ। ਹਾਂਜੀ। ਲੇਕਿਨ ਅੱਜ ਕਰਨੇ ਆ ਕਿ ਇਹਦੇ ਜ਼ਹਿਰ ਦਾ ਮਿਜ਼ਾਜ ਕੀ ਹੈ। ਹੁਣ ਸਭ ਤੋਂ ਪਹਿਲਾਂ ਸੱਚੀ ਮੁੱਚੀ ਯਾਰ ਬਾਬਾ ਸੱਪ ਹੈ ਓਏ ਐਸ ਆਹਾਂ ਹੀ ਫੜਿਆ ਐ ਦਮੂਈ ਇਹਦੇ ਨਹੀਂ ਰਾਹ ਟੈਨਸ਼ਨ। ਜਾ ਬਾਬਾ ਦੱਸ ਕੇ ਸੱਪ ਰੱਖੇ ਵੀ ਕੋਲੇ ਰੱਖੇ ਨਹੀਂ? ਕੋਈ ਇਹ ਦਮੂਈ ਹੈ ਯਾਰ, ਇਹਦਾ ਤੇਲ। ਅੱਛਾ ਭਾਈ ਮੈਂ ਤਾਂ ਕੜੀ ਹੈ ਸੱਪ ਤੇਰੇ ਨੇ। ਅੱਛਾ, ਸਭ ਤੋਂ ਪਹਿਲੀ ਬਾਤ ਇਹ ਵੇ ਕਿ ਸੱਪ ਦੇ ਜ਼ਹਿਰ ਦਾ ਮਿਜ਼ਾਜ ਕੀ ਹੈ। ਉਹ ਵੇ ਜੀ ਪਹਿਲਾ ਸੱਪ ਇਨਸਾਨ 'ਚ 9 ਸੁਰਾਖ ਨੇ, ਬੀਬੀ 'ਚ 13 ਨੇ। ਅਗਰ ਇਹ ਸੱਪ ਲੜੇ ਨਾ ਤੇ ਹਰ ਸੁਰਾਖ 'ਚ ਖੂਨ ਕੱਢਦਾ। ਅੱਛਾ ਜੀ। ਬਿਲਕੁਲ ਜਾਰੀ ਹੋ ਜਾਏਗਾ ਖੂਨ। ਬਲਕਿ ਪਿੰਡ ਤੁਹਾਡੇ ਬੱਚੀ 10-12 ਸਾਲ ਦੀ ਜਿਹੜੀ ਉਹਦੇ ਮੂੰਹ 'ਚੋਂ ਨਾਸਾਂ 'ਚ ਖੂਨ ਆ ਗਿਆ। ਬਿਲਕੁਲ ਹਾਸੇ ਹਾਸੇ। ਇਸ ਸੱਪ ਦੀ ਪਹਿਚਾਣ ਹੈ, ਇਹਨੂੰ ਧਾਰਾ ਵੀਰਾ ਵੀ ਕਿਹਾ ਜਾਂਦਾ। ਇਹ ਸੱਪ ਜਦੋਂ ਵੀ ਲੜੇਗਾ ਨਾ, ਠੀਕ ਹੈ, ਨਿਊਰੋਟਾਕਸਿਨ ਇਹਦਾ ਜ਼ਹਿਰ ਹੈ। ਇਹ ਇਨਸਾਨ ਦੇ ਵਿੱਚ ਤਹਿਰੀਕ ਜਿਹੜੀ ਹੈ ਜਾ ਕੇ ਉਹ ਗੁੱਦੀ ਪੈਦਾ ਕਰੇਗਾ। ਦੇਖਿਆ ਨੇ ਗੁੱਦੀ ਤਹਿਰੀਕ ਦੇ ਅੰਦਰ ਜ਼ਬਾਨ ਬੰਦ, ਸਿਰ ਮਹਿਫੂਜ਼ ਵਗੈਰਾ 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 ਵਗੈਰਾ, ਇਹ ਸਾਰੀਆਂ ਲਾਮਤਾਂ ਹੋਈ ਹੈ। ਹੁਣ ਬੰਦਾ ਆਖੇ ਫਾਰਮਾਕੋਪੀਆ ਕਾਨੂੰਨੇ ਮੋਹਰ ਅਦਾਲੇ ਵੀ ਰੇਠੇ ਨੂੰ ਗੁੱਦੀ ਕਿ ਦੱਸਦੇ ਨੇ ਪਏ। ਅਲਹਮਦੁਲਿਲਾ ਇਹਨੂੰ ਅੱਗੇ ਬੰਦਾ ਇੱਕ ਅੱਗੇ ਹੀ ਗਰਮ ਹੈ, ਉਹਨੂੰ ਗਰਮ ਅੰਬ ਬੰਦਾ ਦੇ ਤੇ ਛੇਤੀ ਮਰੇਗਾ। ਕੋਈ 40-45 ਮਿੰਟ ਜਿਹੜਾ ਉਹਦੇ ਕੋਲ ਟਾਈਮ ਹੈ ਵੈਕਸੀਨ ਜਾ ਕੇ ਉਹਨੇ ਹਸਪੀਟਲ ਨੂੰ ਕਰਵਾਉਣੀ ਹੈ, ਉਹ ਵੀ ਨਾ ਹੋਏਗੀ, ਛੇਤੀ ਮਰ ਜਾਏਗਾ। ਉਹਨੂੰ ਇਹ ਜਿਹੜੇ ਨੇ ਨਾ ਬਿਲਕੁਲ ਰੇਠਾ ਨਾ ਦਿਓ। ਓਏ ਇਹ ਨੀਮ ਹਕੀਮ ਖਤਰਾ ਜਾਣ, ਐਸਾ ਕੰਮ ਤੁਹਾਂ ਨਹੀਂ ਕਰਨਾ। ਇਹਦੀ ਤਸੀਰ ਜ਼ਹਿਰ ਦੀ ਬਣਦੀ ਹੈ ਗੁੱਦੀ, ਤਹਿਰੀਕ ਬਣਦੀ ਹੈ 2। ਹੁਣ ਚੱਲਨੇ ਆ ਬਲੈਕ ਮਾਂਬਾ ਜਿਹਦਾ ਬਹੁਤ ਖਤਰਨਾਕ ਜ਼ਹਿਰ ਹੈ। ਲੇਕਿਨ ਬਾਬਾ ਜੀ ਤੇਰਾ ਬਲੈਕ ਮਾਮਾ ਸਾਡੇ ਉਧਰ ਅਫਰੀਕਾ ਵਾਲੀ ਸਾਈਡ ਹੁੰਦਾ ਨਾ, ਇੰਡੀਆ 'ਚ ਵੀ ਪਾਇਆ ਜਾਂਦਾ। ਚਲੋ ਸਾਡੇ ਇਲਾਕੇ 'ਚ ਤੇ ਨਹੀਂ, ਲੇਕਿਨ ਕੁਝ ਲੋਕਾਂ ਨੇ ਹੁਣ ਸੱਪ ਲਿਆ ਕੇ ਉਹਦੇ ਬੱਚੇ ਬੁੱਚੇ ਕਢਵਾ ਰਹੇ ਨੇ, ਫਾਰਮ ਕਰ ਰਹੇ ਨੇ। ਹਾਂਜੀ। ਲੇਕਿਨ ਅਗਰ ਬਲੈਕ ਮਾਂਬਾ ਤੇ ਇਧਰ ਨਹੀਂ ਆਕਸੀਜਨ ਨਾ ਪਾਇਆ ਜਾਂਦਾ। ਲੇਕਿਨ ਉਹ ਜਿਹੜਾ ਧਾਰੀਆਂ ਤੁਸੀਂ ਸੱਪ ਕਹਿ ਰਹੇ ਹੋ ਉਹ ਤਕਰੀਬਨ ਬਰਾਬਰ ਮਿਲਦਾ ਜੁਲਦਾ ਜ਼ਹਿਰ ਹੈ। ਹਾਂ, ਇਹਦੇ ਨਾਲ ਨਿਊਰੋਟਾਕਸਿਨ ਹੈ ਇਹ ਵੀ ਜ਼ਹਿਰ। ਇਸ ਜ਼ਹਿਰ ਦੀ ਤਸੀਰ ਬਣਦੀ ਹੈ ਗਰਮ। ਠੀਕ ਹੋ ਗਿਆ। ਇਹਨੂੰ ਹੁਣ ਤੁਸੀਂ ਗਰਮ ਸ਼ਾਹੀ ਨਾਲ ਦਿਓ ਕਿ ਜਿਹੜਾ 40 ਮਿੰਟ 'ਚ ਡੈਥ ਹੋਣੀ ਉਹ 20 ਮਿੰਟਾਂ 'ਚ ਮਰ ਜਾਏਗਾ। ਨਹੀਂ ਜੀ ਦਸਤੀ ਫਰਕ। ਓਏ ਅੱਲਾ ਦੇ ਨੇਕ ਬੰਦੇ ਹੋ, ਐਵੇਂ ਟੋਟ ਕੇ ਨਾ ਆਜ਼ਮਾਇਆ ਕਰੋ। ਕਮ ਸੇ ਕਮ ਵੇਖੋ ਤਾਂ ਸਹੀ ਕਿੰਨੇ ਹਕੀਮ ਨੇ, ਕਿੰਨੇ ਸੰਨਿਆਸੀ ਨੇ, ਅੱਜ ਤੱਕ ਵੀਡੀਓ ਨਹੀਂ ਦਿੱਤੀ ਹੈਗੀ। ਇਹਦੇ ਜ਼ਹਿਰ ਦਾ ਤਸੀਰ ਜਿਹੜੀ ਉਹ ਗਰਮ ਹੈ। ਇਹਨੂੰ ਗਰਮ ਸ਼ਾਹ ਨਾਲ ਦਿਓ, ਛੇਤੀ ਮਰ ਜਾਏਗਾ। ਫੌਰੀ ਤੌਰ ਫੂਕ ਫਾਂਡੇ ਵਾਲੇ ਪਾਸੇ ਜਾਂ ਉਹ ਫਿਲਮੀ ਸਟਾਈਲ ਨਾਲ ਚੀਰਾ ਕਾਚੂ ਨਾ ਦੇ ਕੇ ਤੇ ਚੂਸ ਕੇ ਜ਼ਹਿਰ ਜੀ ਪੁਰਚ ਕਰਦੇ ਆ ਬਾਹਰ ਸੁੱਟਣਾ, ਇਹ ਕੰਮ ਨਾ ਕਰੋ। ਇਹਦੀ ਫੌਰੀ ਤੌਰ ਤੇ ਉਸ ਨਿਸ਼ਾਨ ਨੂੰ ਧੋਵੋ ਚੰਗੀ ਤਰ੍ਹਾਂ ਪਾਣੀ ਨਾਲ,
ਬੰਨਣ ਦੀ ਵੀ ਕੋਸ਼ਿਸ਼ ਨਾ ਕਰੋ। ਕਈ ਬੰਦੇ ਕਹਿੰਦੇ ਬੰਨ ਕੇ ਜ਼ਹਿਰ ਨਹੀਂ ਚੜਦਾ ਜੀ। ਆ 2-3 ਵਜੇ ਬੰਨ ਛੋੜੋ ਉਹ ਨਹੀਂ ਜ਼ਹਿਰ ਜਦੋਂ ਇੰਜੈਕਟ ਕਰ ਦਿੰਦਾ ਸੱਪ ਤੁਹਾਡੇ ਜਿਸਮ ਦੇ ਵਿੱਚ, ਉਹਨੂੰ ਸੰਗਲ ਨਾਲ ਵੀ ਤੁਸੀਂ ਉੱਥੇ ਬੰਨ ਲਓ, ਨੇ ਟੁਰ ਜਾਣਾ ਜੀ ਉੱਤੇ। ਇਹ ਕੋਸ਼ਿਸ਼ ਕਰੋ, ਉਹਨੂੰ ਚੰਗੀ ਤਰ੍ਹਾਂ ਧੋਵੋ। ਸਭ ਤੋਂ ਪਹਿਲਾਂ ਐਸਾ ਮਰੀਜ਼ ਜਿਹੜਾ ਵੇ ਉਹ ਘਬਰਾਏ ਨਾ, ਜਾ ਕੇ ਫੌਰੀ ਵੈਕਸੀਨ ਕਰਵਾਵੇ। ਹੁਣ ਚੱਲਨੇ ਆ ਦੂਸਰੀ ਤਰਫ। ਇਹ ਜਿਹੜਾ ਸੱਪ ਸਾਡੇ ਪੈਰਾਂ ਦੇ ਵਿੱਚ ਪਿਆ, ਦਿਖਾਉਣ ਦੀ ਨਹੀਂ ਇਜਾਜ਼ਤ ਹੈ। ਬੜਾ ਚੰਗਾ ਵੇ, ਕੋਈ ਘੇਸ ਮਾਰ ਕੇ ਪਿਆ ਰਾ, ਬਹੁਤ ਸੁਸਤ ਹੁੰਦਾ ਇਹਨੂੰ ਮਾਰਿਆ। ਮੈਂ ਬਾਬਾ ਡਰ ਗਿਆ ਕਿ ਪੈਰਾਂ 'ਚ ਸੱਪ ਰੱਖ ਛੜਿਆ ਤੂੰ ਯਾਰ। ਇਹਨੂੰ ਨਾ ਮਾਰਿਆ ਕਰੋ। ਇਹ ਸਾਡੇ ਜੀਵ ਜੰਤੂ ਹੈ ਜਿਹੜਾ ਕੀੜੇ ਮਕੌੜੇ ਖਾ ਕੇ ਮਾਹੌਲ ਨੂੰ ਸਾਫ਼ ਕਰਦਾ। ਇਹ 'ਚ ਜ਼ਹਿਰ ਨਹੀਂ ਹੁੰਦਾ। ਹੁਣ ਕਈ ਬੰਦੇ ਆ ਵੀ ਜੇ ਗੋਗੇ ਪੀਰ ਨੇ ਦੀ ਮੰਜੀ ਬਣਾ ਕੇ ਵੱਢ ਝੂਠ, ਦੇਣਾ, ਸਭ ਝੂਠ। ਇਹਦੇ ਜੇ ਤੇ ਜ਼ਹਿਰ ਹੀ ਹੈ ਨਹੀਂ ਯਾਰ। ਨਹੀਂ ਬਾਬਾ ਜੀ ਮੰਜੀ ਬਣਦੀ ਹੈ ਨਹੀਂ ਯਾਰ ਅਜੀਬ ਅਜੀਬ ਗੱਲਾਂ ਨੇ, ਸਭ ਝੂਠ। ਉਹ ਕੋਸ਼ਿਸ਼ ਕਰਿਆ ਕਰੋ। ਅਸੀਂ ਗੁੱਗੇ ਪੀਰ ਉਹਨਾਂ ਨੂੰ ਮੰਨਣ ਵਾਲੇ ਆ, ਸਾਰਿਆਂ ਨੂੰ ਹੀ ਮੰਨਣ ਵਾਲੇ ਆ, ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਝੂਠ ਹੈ ਝੂਠੋ ਝੂਠ ਚੁਤਾਲੀ ਨਾ ਕਰਿਆ ਕਰੋ। ਹੁਣ ਚੱਲੇ ਆਖਰੀ ਜ਼ਹਿਰ ਦੀ ਤਰਫ। ਇਹ ਜ਼ਹਿਰ ਕੀ ਹੈ? ਇਹਦਾ ਮਜ਼ਾਜ ਖੁਸ਼ਕ ਹੈ। ਇਹਨੂੰ ਅਗਰ ਤੁਸੀਂ ਖੁਸ਼ਕ ਸ਼ਾਹ ਦੇਣਾ ਸ਼ੁਰੂ ਕਰੋ, ਇੱਕ ਬੰਦਾ ਕਹਿ ਰਿਹਾ ਹੈ ਜੀ ਉਹਨੂੰ ਅੱਕ ਦਾ ਦੁੱਧ ਪਿਉਣਾ ਸ਼ੁਰੂ ਕਰ ਦਿਓ, ਮੈਂ ਕਿਹਾ ਛੇਤੀ ਮਰ ਜਾਏਗਾ। ਫਿਰ ਆ ਇੰਜੀ ਗੱਲ ਹੈ ਬਾਬਾ ਜੀ, ਉਹ ਛੇਤੀ ਮਰ ਜਾਏਗਾ। ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਬੰਦੇ ਦੀ ਮਾਲੂਮਾਤ ਜ਼ਿਹਨ ਦੇ ਅੰਦਰ ਸੀਨੇ ਦਾ ਤਵੀਜ਼ ਬਣਾਇਆ ਕਰੋ, ਤੇ ਕਮ ਸੇ ਕਮ ਇਹ ਵੀਡੀਓ ਸੇਵ ਕਰ ਲਵੋ, ਤੁਹਾਡੇ ਫਾਇਦੇਮੰਦ ਹੈ। ਦੂਸਰੀ ਬਾਤ ਇਹ ਵੇ ਕਿ ਇਹ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਬਾਬਾ ਜੀ ਕੱਖ ਲੱਗਾ ਹੋਇਆ ਤੇ ਨਮਕ ਸ਼ਮਕ ਦਾ ਵੀ, ਹਾਂਜੀ ਕੱਖ ਲੱਗੇ ਦਾ ਇਲਾਜ ਹੀ ਨਮਕ ਹੈ। ਅੱਛਾ ਬਾਬਾ ਜੀ, ਇਹ ਯਾਰ ਗੱਲ ਹੈ, ਗੱਲਾਂ ਸਾਰੀਆਂ ਤੁਸੀਂ ਇੱਥੇ ਦੱਸੋ, ਉੱਥੇ ਦੀ ਕਰਦੇ ਕੀ ਹੈ ਤੁਸੀਂ? ਆ ਯਾਰ ਬੜੇ ਰਾਜ਼ ਨੇ, ਅੱਲਾ ਸੱਚਾ ਜਾਣਦਾ। ਅਸੀਂ ਇਸ ਰਾਜ ਇਸ ਵਾਸਤੇ ਨੇ ਕਿ ਦੱਸਣੇ ਪੈ ਲੋਕਾਂ ਕੱਖ ਲੱਗ ਜੇ ਨਾ ਸੱਪ ਦਾ, ਪਿੱਛੂ ਦਾ, ਕਿਸੇ ਦਾ ਵੀ। ਹੁਣ ਕੱਖ ਹੁੰਦਾ ਕੀ ਏ? ਪਹਿਲਾਂ ਇਹ ਨਹੀਂ ਪਤਾ, ਕਹਿੰਦੇ ਨੇ ਆ ਕੇ ਦੰਦੀ ਵੜ ਜਾਂਦਾ। ਹੁਣ ਬੰਦਾ ਪੁੱਛੇ ਇਹ ਤੂੰ ਸੱਪ ਲੰਘ ਗਿਆ ਤੇ ਹਾਂਜੀ ਉਹ ਇਹ ਜੀ ਸੱਪ ਆ ਕੇ ਦੰਦੀ ਵੜਦਾ ਤੇ ਦੰਦੀ ਵੜ ਕੇ ਟੁਰ ਗਿਆ ਤੇ ਜ਼ਹਿਰ ਵਿੱਚ ਨਹੀਂ ਪਾ ਸਕਦਾ। ਬਿਲਕੁਲ ਹਾਂਜੀ ਗੱਲ। ਅਸਲ ਬਾਤ ਇਹ ਵੇ ਕਿ ਸੱਪ 31 ਦਿਨ ਦੇ ਅੰਦਰ ਆਪਣੇ ਜ਼ਹਿਰ ਦੀ ਥੈਲੀ ਨੂੰ ਖਾਲੀ ਕਰਦਾ। ਹਾਂਜੀ, ਉਹ ਜਿਹੜੀ ਜਗ੍ਹਾ ਤੇ ਜ਼ਹਿਰ ਸੁੱਟ ਦਿੰਦਾ ਨਾ, ਤੂੜੀ ਦਾ ਕੱਖ ਹੋ ਗਿਆ, ਕਿਤੇ ਵੀ ਹੋ ਗਿਆ, ਮੈਂ ਚੱਕ ਮਾਰਦਾ ਹੈ। ਉਹ ਅਗਰ ਲੱਗਦਾ ਤਾਂ ਉਹਨੂੰ ਕੱਖ ਕਹਿੰਦੇ ਨੇ। ਹਾਂਜੀ ਠੀਕ ਹੈ। ਇਹ ਜੀ ਸੱਪ ਸੁੰਘ ਗਿਆ, ਲੈ ਅਗਰਬੱਤੀ ਲੱਗੀ ਸੀ ਵੀ ਉੱਥੇ ਆ ਕੇ ਸੱਪ ਸੁੰਘ ਕੇ ਤੇ ਟੁਰ ਗਿਆ। ਠੀਕ ਹੈ। ਅਜੀਬੋ ਗਰੀਬ ਕਹਾਵਤਾਂ ਪਾਕਿਸਤਾਨ ਦੇ ਵਿੱਚ ਨਾ ਪਾਈਆਂ ਜਾਂਦੀਆਂ। ਇਹਦਾ ਇਲਾਜ ਕੀ? ਨਮਕ ਨਾ ਨੀਮ ਗਰਮ ਨਾ, ਪਹਿਲਾਂ ਧੋ ਕੇ ਸਰੋਂ ਦਾ ਤੇਲ ਲੈ ਲਓ, ਇੱਕ ਛਟਾਕੀ ਪਿਓਰ ਤੇਲ ਹੋਵੇ, 11 ਬਾਰ ਅਵਲ ਆਖਰ ਦਰੂਦ, 11 ਬਾਰ ਅਲਹਮਦੁ ਸ਼ਰੀਫ, 11 ਬਾਰ ਅਲੱਗ-ਅਲੱਗ ਚਾਰੇ ਕੋਲ, ਉਹ ਪੜ ਕੇ ਉੱਤੇ ਤੇਲ ਲਾਓ ਤੇ ਉੱਤੇ ਨਮਕ ਚੰਗੀ ਤਰ੍ਹਾਂ ਉੱਤੇ ਰੱਖ ਦਿਓ, ਤਰ ਕਰਕੇ ਉੱਤੇ ਗਰਮ ਪੱਟੀ, ਮੋਮੀ ਸ਼ਾਪਰ ਕਰਕੇ ਉੱਤੇ ਗਰਮ ਪੱਟੀ ਬੰਨ੍ਹ ਦਿਓ। ਠੀਕ ਹੋ ਗਿਆ। ਲਓ ਜੇ ਉਸੇ ਟਾਈਮ ਦਰਦ ਰੁਕ ਜੇਗੀ। ਰਾਤ ਦੇ ਵਿੱਚ ਜਿਸਮ ਮਾਸ ਬੁੱਢਾ ਹੋ ਜਾਣਾ, ਉਹ ਆਪ ਹੀ ਪਾੜ ਕੇ ਤੇ ਸਾਰਾ ਕੁਝ ਬਾਹਰ ਆ ਜਾਏਗਾ। ਲੇਕਿਨ ਐਸਾ ਮਰੀਜ਼ ਨਾਲ ਖਾਵੇ ਕੀ? ਇਹ ਜ਼ਰੂਰੀ ਹੈ, ਇਹ ਜ਼ਰੂਰੀ ਹੈ, ਹਾਂ। ਕਾਨੂੰਨ ਦੇ ਮੁਤਾਬਕ ਇਹ ਜ਼ਰੂਰੀ ਹੈ। ਇਹ ਖਾਵੇ ਕੀ ਨਾਲ? ਹਲਦੀ ਆਂਬਾ ਔਰ ਸਫੇਦ ਰਾਲ। ਹਲਦੀ ਆਂਬਾ ਔਰ ਸਫੇਦ ਰਾਲ। ਹਲਦੀ ਆਂਬਾ ਪਾਈਆ, ਸਫੇਦ ਰਾਲ ਜਿਹੜੀ ਹੈ ਉਹ ਲੈਦਾ ਤੁਹਾਂ ਕੁਛ ਟਾਕੀ ਲੈ ਲੈਣੀ, 5-10 ਕੈਪਸੂਲ ਉਹਦੇ, ਉਹ ਸਵੇਰ ਸ਼ਾਮ ਸਫੇਦ ਰਾਲ ਵਾਲੇ ਜ਼ਖਮ ਵਾਸਤੇ। ਹਲਦੀ ਆਂਬਾ ਤਿੰਨੇ ਟਾਈਮ 2-2 ਕੈਪਸੂਲ। ਔਰ ਹਲਦੀ ਜਿਹੜੀ ਹੈ ਅਸੀਂ ਦੱਸ ਰਹੇ ਹਾਂ ਇਹਨੂੰ 6 ਤਰਿਆਕ ਕਹਿੰਦੇ ਨੇ। 6 ਤਰਿਆਕ ਬਣਿਆ, ਤੁਸੀਂ ਸਵੇਰ ਸ਼ਾਮ ਇੱਕ ਕੈਪਸੂਲ ਖਾਓ ਛੋਟਾ। ਅੱਲਾ ਦੀ ਰਹਿਮਤ 2-3 ਦਿਨਾਂ 'ਚ ਇਹ ਮਸਲਾ ਖਤਮ ਹੋ ਜਾਵੇਗਾ। ਅੱਡੀਆਂ ਦੀ ਦਰਦ ਉਹ ਵੀ ਖਤਮ ਹੋ ਜਾਏਗੀ। ਕੀ ਬਾਤ ਹੈ, ਅੱਲਾ ਦੀ ਰਹਿਮਤ। ਅੱਛਾ ਮੈਨੂੰ ਇਹ ਦੱਸੋ ਬਾਬਾ ਜੀ, ਜੀ ਲੋਕ ਕਹਿੰਦੇ ਨੇ ਕਿ ਤੁਸੀਂ ਐਵੇਂ ਬਸ ਯਾਰ ਸਵਾਦਿਆਂ 'ਚ ਖਲੋ ਕੇ ਨਾ ਤੇ ਤੁਸੀਂ ਵੀਡੀਓ ਬਣਾ ਹਟ ਦਿਓ। ਲਓ ਜੀ, ਪਹਿਲੀ ਗੱਲ ਹੈ ਵੇ ਕਿ ਲਓ ਤੁਹਾਨੂੰ ਪਹਿਲਾਂ ਹੀ ਜੰਗਲ ਵਿਖਾਈਏ। ਪਰ ਇਹ ਜਿਹੜਾ ਤੁਹਾਡੇ ਦੋਸਤਾਂ ਨੇ ਇਹ ਇਧਰ ਚੈੱਕ ਕਰਿਓ, ਇਹ ਨਜ਼ਰ ਆਉਂਦਾ ਜੀ ਪਿਆ ਸਾਰਾ ਜੰਗਲ ਹੀ ਇੰਡੀਆ 'ਚ। ਇਹ ਸਾਰਾ ਜੰਗਲ ਜਿਹਾ ਵੇਖੋ ਤੁਸੀਂ, ਇਹ ਦੇਖ ਲਵੋ, ਇਹ ਸਾਰਾ ਜੰਗਲ ਇਹ ਤਕਰੀਬਨ ਸਕਰੋੜੀ ਬਾਰਡਰ ਤੱਕ ਜਾਂਦਾ ਹੈ। ਠੀਕ ਹੈ ਜੀ। ਤੇ ਜੰਗਲ 'ਚ ਖਲੋ ਕੇ ਅਸੀਂ ਬਣਾ ਰਹੇ ਹਾਂ। ਇਹ ਪੁਰਾਣੇ ਰੋਡ ਨੇ ਜਿੱਥੇ ਖੜੇ ਆ, ਕਿਉਂ ਬਾਬਾ ਜੀ? ਬਿਲਕੁਲ। ਅੱਛਾ ਹੁਣ ਬਾਬਾ ਜੀ ਜਿਹੜੀ ਗੱਲ ਅਸਲ ਮੇਨ ਹੈ ਜੀ ਉਹ ਤਾਂ ਸਾਂ ਕੀਤੀਆਂ ਨੇ ਜੀ ਯਾਰ। ਇਹ ਜਿਹੜੀ ਵੀਡੀਓ ਸਭ ਬਣਾਈਏ ਜੀ ਇਹ ਨੈਟ ਤੇ ਅੱਜ ਤੱਕ ਕਿਸੇ ਨੇ ਬਣਾਈ ਨਹੀਂ ਬਣੀ। ਇਹ ਪਹਿਲੀ ਵੀਡੀਓ, ਠੀਕ ਹੈ ਨਾ? ਇਹ ਪਹਿਲੀ ਵੀਡੀਓ ਹੈ ਕਿ ਇਹ ਵੀ ਮਜ਼ਾਜ ਹੈ। ਬਿਲਕੁਲ ਸੱਪ ਦੇ ਜ਼ਹਿਰ ਦਾ ਮਜ਼ਾਜ ਹੁੰਦਾ। ਠੀਕ ਹੈ ਨਾ? ਬਿਲਕੁਲ। ਜਿਸ ਤਰ੍ਹਾਂ ਇਨਸਾਨ ਦੇ ਮੁਖਤਲਿਫ ਮਜ਼ਾਜ ਨੇ, ਹਾਂਜੀ, ਯੂ ਤਸ਼ਖੀਸ ਕਰੀ ਜਾਵੇ ਉਸ ਹਿਸਾਬ ਨਾਲ ਹੀ ਹੈ ਨਾ। ਠੀਕ ਹੈ ਨਾ? ਯਾਰ ਵੇਖੋ ਮੇਰੀ ਗੱਲ ਸੁਣੋ, ਇਹ 2-3 ਚੀਜ਼ਾਂ ਅੱਜ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ ਬਾਬਾ ਜੀ ਦੀ ਮੌਜੂਦਗੀ 'ਚ। ਪਹਿਲੀ ਗੱਲ ਇਹ ਕਿ ਅਗਰ ਕਿਸੇ ਨੂੰ ਸੱਪ ਲੜ ਜਾਂਦਾ ਨਾ, ਤੇ ਜਦੋਂ ਔਰਤਾਂ ਇਕੱਠੀਆਂ ਹੁੰਦੀਆਂ ਨੇ, ਹਾਂ ਨੂੰ ਸੱਪ ਲੜ ਗਿਆ, ਉਹ ਉੱਥੇ ਬੁੱਢੀਆਂ ਨਹੀਂ ਇਕੱਠਿਆਂ ਹੋਣ ਦੇਣਾ। ਨਹੀਂ ਉਹਨੂੰ ਪਰੇਸ਼ਾਨ ਨਾ ਹੋਣ ਦਿਓ। ਮਸਲ ਕਿ ਜਿਸ ਬੰਦੇ ਨੂੰ ਸੱਪ ਲੈਣਾ, ਉਹ ਨਾਲ ਦੁਆਲੇ ਵਾਲੀਆਂ ਜਿਹੜੀਆਂ ਬੀਬੀਆਂ ਨੇ ਹਾਂ ਕਰਕੇ ਨਾ ਬੰਦੇ ਨੂੰ ਅਗਲੇ ਨੂੰ ਮਾਰ ਛੱਡਦੀਆਂ ਨੇ। ਹਾਂ ਬਾਬਾ ਜੀ,
ਕੋਸ਼ਿਸ਼ ਕਰੋ ਇਹ ਜਿਹੜੇ ਫਿਰ ਦੂਸਰਾ ਨੇ ਜੋ ਜਾ ਜਾਂ ਰੱਖ ਦੇ ਪੱਤਰ ਲੈ ਕੇ ਉਹਨੂੰ ਕਹੋ ਫਟਾਫਟ ਹਾਂਜੀ ਕਦੇ ਵੀ ਨਾ ਕਰੋ। ਇਹ ਕੰਮ ਨਹੀਂ ਕਦੀ ਵੀ ਕਰਨਾ ਠੀਕ ਹੈ ਨਾ। ਕੋਸ਼ਿਸ਼ ਕਰੋ ਕਿ ਮਰੀਜ਼ ਨੂੰ ਅਗਰ ਸੱਪ ਲੜ ਗਿਆ ਤੇ ਫਿਲ ਫੌਰਨ ਨੂੰ ਵੈਕਸੀਨ ਕਰਾਓ। ਵੈਕਸੀਨ ਸਿਆਲਕੋਟ ਸਾਡਾ ਸਿਵਲ ਹਸਪਤਾਲ ਉੱਥੇ ਮੌਜੂਦ ਹੈ, ਉੱਥੇ ਲਾ ਕੇ ਟਾਈਮ ਨਾਲ ਪਹੁੰਚੋ ਸਰਕਾਰੀ ਹਸਪੀਟਲ 'ਚ ਪਹੁੰਚਾਓ। ਠੀਕ ਹੈ ਨਾ। ਤੇ ਇਹ ਜਿਹੜਾ ਨਾ ਫੂਕਾਂ ਦਾ ਔਰ ਮਰੀਜ਼ ਨੂੰ ਅੰਗੇਜ਼ ਰੱਖੋ ਆਪਣੇ ਨਾਲ ਗੁਫ਼ਤਗੂ 'ਚ। ਹਾਂ ਬਿਲਕੁਲ ਉਹਨੂੰ ਲੇਕਿਨ ਡਰਾਉਣ ਵਾਲੀ ਨਹੀਂ ਤੇ ਤੁਸੀਂ ਉਹਨੂੰ ਦੱਸ ਦਵੋ ਕਿ ਇਰਾਨ ਦੀ ਤੇ ਹੁਣ ਉੱਥੇ ਜੰਗ ਲੱਗੀ ਤੇ ਉੱਥੇ ਐਟਮ ਬੰਬ ਚੱਲ ਗਿਆ, ਉਹ ਐਵੇਂ ਦਾ ਛੇਤੀ ਮਰ ਜਾਏਗਾ ਯਾਰ। ਉਹਨੂੰ ਕੋਈ ਖੈਰ ਪੁੱਤਰਾ ਨੋ ਟੈਨਸ਼ਨ ਦੇਰ ਠੀਕ ਹੈ ਨਾ। ਪਿਆਰ ਕਰੋ, ਅੱਲਾਹ ਪਾਕ ਦੀ ਰਹਿਮਤ ਹੋਏਗੀ। ਹਰ ਕੰਮ ਦਾ ਕੋਈ ਤਰੀਕਾ ਹੁੰਦਾ ਹੈ। ਹੁਣ ਵੇਖੋ ਨਾ ਸਾਡੀ ਵੀਡੀਓ ਕਈ ਦਿਨਾਂ ਲੋਕ ਵੇਖ ਰਹੇ ਨੇ, ਅਸੀਂ ਖੱਪ ਚੱਲੇ ਆ ਹਰ ਵੀਡੀਓ 'ਚ ਕਹਿ ਕੇ ਕਿ ਚੈਨਲ ਸਬਸਕ੍ਰਾਈਬ ਕਰਨਾ, ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਸ਼ੇਅਰ ਕਰਨੀ ਹੈ। ਹਰ ਕੰਮ ਦਾ ਤਰੀਕਾ ਹੁੰਦਾ ਨਾ। ਬਿਲਕੁਲ ਐਸਾ ਨਹੀਂ ਤੇ ਕਈ ਬੰਦਿਆਂ ਦੇ ਕੰਨ ਤੇ ਜੂਨ ਸੜਕਦੀ ਤੇ ਜਦੋਂ ਫਿਰ ਔਖੇ ਹੁੰਦੇ ਵੇ ਨਾ ਫਿਰ ਵੀਡੀਓ ਲੱਭਦੇ ਨੇ ਪੂਰੇ ਨੈਟ ਤੇ ਬਿਲਕੁਲ ਐਸਾ ਨਹੀਂ। ਫਿਰ ਮੈਨੂੰ ਕਾਲ ਕਰਦੇ, ਬਾਬਾ ਜੀ ਤੁਹਾਡਾ ਚੈਨਲ ਦਾ ਨਾਂ ਕੀ ਹੈ? ਖੁਦਾ ਦਿਓ ਬੰਦਿਓ, ਨੇਕੀ ਵਾਲੇ ਕੰਮ ਕਰੋ। ਅੱਲਾਹ ਪਾਕ ਰਹਿਮਤ ਆ ਫਰਮਾਏ। ਮਿਲਦੇ ਆ ਸਿੱਧਾ ਅਗਲੀ ਵੀਡੀਓ ਨਾਲ। ਉਨੀ ਦੇਰ ਤੱਕ ਅਸੀਂ ਸੱਪ ਲੱਭ ਲਈਏ। ਅੱਲਾਹ ਨੇ ਕਿਹਾ।